तोर छोर बिखिया ते, गुर को शब्द मेरा हियर दीन। रूप अनुरूप मोरो कछ ना विचार्यो, प्रेम गयो मोह हर रंग भीन। पेख्यो लालन पाट बीच खोए, अनद चिता हरखे पतीन। तिस ही को ग्रहो सोई प्रभु नानक, सो ठाकुर तिस ही को दीन। पेख्यो लालन पाट बीच खोए, अनद चिता हरखे पतीन। तिस ही को ग्रह सोई प्रभु नानक, सो ठाकुर तिस ही को दीन। वाहिगुरु जी का खालसा, वाहिगुरु जी की फतेह। जेता जियो पिंड सब तेरा, तू अंतर जामी पुरख भगवान। दासन दास कहे जन नानक, जिहा तू कराहे तिहा हां करी वखियान। दासन दास कहे जन नानक, जिहा तू कराहे तिहा हां करी वखियान। हाँ जी। टोडी महला पंजवा, कर पंजवा दूप दे। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਅੱਜ ਦਾ ਮੁਖਵਾਕ। ਉਹਨਾਂ ਦੇ ਮੁਖਾਰ ਬਿੰਦ ਤੋਂ ਘੱਟ ਬੈਠੇ ਮਾਲਕ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਮਹਾਰਾਜ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਇਹ ਬਾਣੀ ਇੱਕ ਸਾਖੀ ਹੈ, ਧਿਆਨ ਰੱਖਣਾ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਪਿਆ। ਸੱਚੇ ਪਾਤਸ਼ਾਹ ਜਦੋਂ ਵੀ ਕੋਈ ਗੱਲ ਸਾਨੂੰ ਉਪਦੇਸ਼ ਤੌਰ 'ਤੇ ਬਖਸ਼ਿਸ਼ ਕਰਦੇ ਨੇ, ਉਹ ਕਿਸੇ ਵੀ ਪ੍ਰਥਾएं ਜਦੋਂ ਬੋਲਦੇ ਨੇ ਤਾਂ ਸਾਡੇ ਸਾਰਿਆਂ ਦੇ ਪ੍ਰਥਾएं। ਸੋ ਸੱਚੇ ਪਾਤਸ਼ਾਹ ਪੰਜਵੇਂ ਘਰ ਵਿੱਚ ਦੋ ਪਦੇ ਦੇ ਸ਼ਬਦ ਹਨ। ਦੁਪਦੇ ਮੰਗਲ ਕਰਦੇ ਨੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਮੇਰੇ ਮਾਲਕ ਜਿਹਦੀ ਸਾਰੀ ਸ੍ਰਿਸ਼ਟੀ ਦੇ ਉੱਤੇ ਛਤਰ ਛਾਇਆ ਹੈ। ਸਤ ਕਰਕੇ ਇਸ ਗੁਰੂ ਦੇ ਦੱਸੇ ਹੋਏ ਗੁਰ ਨੂੰ ਮੰਨਣ ਦੇ ਨਾਲ ਉਹਦੀ ਬਖਸ਼ਿਸ਼ ਦੇ ਦੁਆਰਾ ਇਹ ਸ਼ਬਦ ਅੰਦਰੋਂ ਘਟ ਬੈਠੇ ਮਾਲਕ ਦਾ ਉਚਾਰਨ ਹੋਇਆ ਹੈ ਜੀ। ऐसो गुण मेरो प्रभु जी कीन, पंच दोख अर अहंग रोग, ਇਹ ਤਨ ਤੇ ਸਗਲ ਦੂਰ ਕੀਨ। ਮਹਾਰਾਜ ਕਹਿੰਦੇ ਮੇਰੇ ਮਾਲਕ ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਇਸ ਪ੍ਰਭ ਦੇ ਸ਼ਬਦ ਦੇ ਪਹਿਲਾਂ ਧਿਆਨ ਰੱਖਿਓ ਕਿ ਇਹ ਜਿਹੜਾ ਪ੍ਰਭ ਸ਼ਬਦ ਆਇਆ ਹੈ ਘੱਟ ਬੈਠੇ ਮਾਲਕ ਨੂੰ ਸੰਬੋਧਨ ਕਰਦਾ ਆਇਆ ਹੈ। ਧਿਆਨ ਰੱਖਣਾ, ਪ੍ਰਭ ਪਰਮੇਸ਼ਰ ਜੋ ਆਪਣੇ ਸਰੀਰ ਵਿੱਚ ਵਸਦੇ। ਜਦੋਂ ਵੀ ਅਰਦਾਸ ਬੇਨਤੀ ਜੋਦੜੀ ਕਰਨੀ ਹੈ ਘੱਟ ਬੈਠੇ ਮਾਲਕ ਨੂੰ ਕਰਨੀ ਹੈ। ਯਾਦ ਰੱਖਿਓ, ਗੁਰੂ ਮਹਾਰਾਜ ਜੀ ਦੇ ਅੱਗੇ ਅਸੀਂ ਇਸ ਵਾਸਤੇ ਆਉਣੇ ਹਾਂ ਕਿ ਘੱਟ ਬੈਠੇ ਮਾਲਕ ਦੀ ਬਾਣੀ ਹੈ। ਸਾਨੂੰ ਘੱਟ ਬੈਠੇ ਮਾਲਕ ਦੇ ਨਾਲ ਜੋੜਦੀ ਹੈ। ਜਦ ਫਿਰ ਕਹਿੰਦੇ ਤੂੰ ਠਾਕੁਰ ਤੁਮ ਪੈ ਅਰਦਾਸ, ਆਪਾਂ ਘੱਟ ਬੈਠੇ ਰੱਬ ਨਾਲ ਗੁਰੂ ਨੂੰ ਸਾਖੀ ਕਰਕੇ ਉਹਨਾਂ ਸ਼ਬਦਾਂ ਰਾਹੀਂ ਆਪਣੇ ਅੰਦਰ ਰੱਬ ਦੇ ਅੱਗੇ ਅਰਦਾਸ ਕਰਦੇ ਹੁੰਦੇ ਹਾਂ। ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਸਾਨੂੰ ਸੰਬੋਧਨ ਕਰਦੇ ਨੇ ਕਿ ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਐ ਮੇਰੇ ਪ੍ਰਭ ਜੀ ਪਰਮੇਸ਼ਰ ਜੋ ਮੇਰੇ ਸਰੀਰ ਵਿੱਚ ਵਸਦੇ ਹੋ, ਐਸੇ ਗੁਣ ਮੇਰੇ ਕਰਨੇ ਕਰੋ
ਜਿਹਦੇ ਨਾਲ ਕਹਿੰਦੇ ਪੰਜ ਦੋਖ ਅਰ ਅਹੰਗ ਰੋਗ, ਪੰਜ ਦੋਖ ਇਸ ਦੇਹੀ ਅੰਦਰ ਪੰਜ ਦੋਖ ਦੇਣ ਵਾਲੇ ਮਹਾਰਾਜ ਕਹਿੰਦੇ ਚੋਰ ਵਸਦੇ ਨੇ। ਪੰਜ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰ। ਸੱਚੇ ਪਾਤਸ਼ਾਹ ਕਹਿੰਦੇ ਐਸਾ ਜੀਵਨ ਦਾ ਮੇਰੇ ਅੰਦਰ ਜਿਹੜਾ ਦੋਖ ਹੈ ਅਤੇ ਮੇਰੇ ਅੰਦਰ ਇੱਕ ਅਹੰਗ ਰੋਗ ਹੈ। ਮੈਂ ਆਪਣੇ ਆਪ ਨੂੰ ਤੇਥੋਂ ਵੱਖਰਾ ਜੁਦਾ ਸਮਝਦਾ। ਹਰੇਕ ਚੀਜ਼ ਜਦੋਂ ਕਰਦਾ ਮੈਂ ਅਹੰਗ ਰੋਗ ਵਿੱਚ ਕਰਦਾ। ਮੈਂ ਸਮਝਦਾ ਮੈਂ ਬੋਲਦਾ, ਮੈਂ ਸਮਝਦਾ ਮੈਂ ਕਰਦਾ, ਮੈਂ ਸਮਝਦਾ ਮੈਂ ਹੀ ਹਾਂ। ਮੈਨੂੰ ਇਹ ਨਹੀਂ ਸਮਝ ਆ ਰਹੀ ਇਸ ਅਹੰਗ ਰੋਗ ਦੇ ਕਾਰਨ ਕਿ ਤੂੰ ਹੈ ਅਤੇ ਮੈਂ ਹਾਂ। ਜਦੋਂ ਤੱਕ ਮੈਨੂੰ ਮੈਂ ਕਰਨ ਦੀ ਆਦਤ ਨਹੀਂ ਨਾ ਮੇਰੇ ਅੰਦਰੋਂ ਛੁੱਟਦੀ, ਉਦੋਂ ਤੱਕ ਮੈਂ ਤੇਰੇ ਵਿੱਚ ਤੂੰ ਵਿੱਚ ਲੀਨ ਨਹੀਂ ਹੁੰਦਾ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਇਹਨੂੰ ਅਹੰਗ ਰੋਗ ਕਹਿੰਦੇ ਨੇ। ਧਿਆਨ ਰੱਖਣਾ, ਇਹ ਬਹੁਤ ਵੱਡਾ ਅਹੰਗ ਰੋਗ ਹੈ ਜਿਸ ਤੋਂ ਪੰਜ ਦੋਖ ਖੜੇ ਹੋ ਜਾਂਦੇ ਨੇ। ਕਹਿੰਦੇ ਪੰਜ ਦੋਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ। ਮੇਰੇ ਤਨ ਦੇ ਅੰਦਰ ਜਿਤਨੇ ਇਹੋ ਜਿਹੇ ਰੋਗ ਨੇ ਨਾ ਮੇਰੇ ਮਾਲਕ, ਮੇਰੇ ਅੰਦਰ ਪੰਜ ਚੋਰ ਅਤੇ ਮੇਰੇ ਅੰਦਰ ਇਹ ਅਹੰਗ ਰੋਗ ਜੋ ਮੇਰੇ ਅੰਦਰ ਦੋਖ ਬਣੇ ਹੋਏ ਨੇ, ਇਹ ਮੇਰੇ ਤਨ ਤੋਂ ਦੂਰ ਕਰਨੇ ਕਰੋ ਮੇਰੇ ਮਾਲਕ ਜੀ। ਇਹ ਰਹਾਉ ਦੀ ਪੰਗਤੀ, ਇਹਦੇ ਇਰਦ ਗਿਰਦ ਸਾਰਾ ਭਾਵ ਚੱਲੇਗਾ। ਭਾਵ ਕਿ ਇਸੇ ਹੀ ਸਰੀਰ ਵਿੱਚ ਪ੍ਰਭੂ ਜੀ ਵਸਦੇ ਨੇ, ਇਸੇ ਹੀ ਸਰੀਰ ਦੇ ਵਿੱਚ ਘਟ ਬੈਠੇ ਰੱਬ ਜੀ ਅੱਗੇ ਬੇਨਤੀ ਕਰ ਰਹੇ ਹੈ। ਇਸੇ ਹੀ ਸਰੀਰ ਵਿੱਚ ਜਿਉਂਦਿਆਂ ਮੇਰੇ ਮਨ ਨੇ ਰੱਬ ਵਿੱਚ ਲੀਨ ਹੋਣਾ ਹੈ। ਇਸੇ ਹੀ ਸਰੀਰ ਦੇ ਵਿੱਚ ਮੇਰੇ ਮਨ ਦਾ ਮਿਟਣਾ ਅਤੇ ਰੱਬ ਦਾ ਹੋਣਾ, ਇਹਨੂੰ ਜਿਉਂਦਾ ਮੁਕਤ ਕਹਿੰਦੇ ਨੇ। ਰੱਬ ਨੂੰ ਮਰਨ ਤੋਂ ਬਾਅਦ ਨਹੀਂ ਮਿਲੀਂਦਾ, ਰੱਬ ਜੀ ਨੂੰ ਜਿਉਂਦਿਆਂ ਹੀ ਮਿਲੀਂਦਾ। ਇਹਦਾ ਅਰਥ ਹੈ ਕਿ ਜਿਉਂਦਿਆਂ ਹੀ ਸਰੀਰ ਵਿੱਚ ਰਹਿੰਦੇ ਹੋਏ ਮੇਰੇ ਮਨ ਨੇ ਮਿਟਣਾ। ਮੇਰੇ ਮਨ ਨੂੰ ਮਿਟਾਉਣ ਦੀ ਹੀ ਇੱਕ ਕਿਰਿਆ ਮੈਂ ਮਹਾਰਾਜ ਦੀ ਬਾਣੀ ਤੋਂ ਸਿੱਖਦਾ। ਮੈਂ ਮਹਾਰਾਜ ਦੀ ਬਾਣੀ ਰਾਹੀਂ ਘਟ ਬੈਠੇ ਰੱਬ ਨਾਲ ਜੁੜਦਾ। ਘਟ ਬੈਠੇ ਰੱਬ ਨਾਲ ਜੁੜ ਕੇ ਮੇਰੀ ਬਾਣੀ, ਮੇਰੇ ਸ਼ਬਦ ਮਨ ਦੇ ਮਿਟਦੇ ਨੇ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਫਿਰ ਮੇਰੇ ਵਿੱਚ ਹੀ ਫਿਰ ਰੱਬ ਬੋਲਦੇ ਮੈਨੂੰ ਪ੍ਰਤੀਤ ਹੁੰਦੇ ਨੇ ਕਿ ਮੈਂ ਨਹੀਂ ਬੋਲਿਆ, ਤੈਂ ਬੁਲਾਇਆ। ਜਿੱਥੇ ਮਹਾਰਾਜ ਕਹਿੰਦੇ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜਿਓ। ਉਸ ਦੇ ਹੁਕਮ ਵਿੱਚ ਫਿਰ ਕਹਿਣ ਲੱਗਦਾ ਮਨ, ਉਸ ਦੇ ਹੁਕਮ ਵਿੱਚ ਆਪਣੇ ਹੀ ਅੰਦਰ ਮਨ ਚੱਲਣ ਲੱਗ ਜਾਂਦਾ ਹੈ। ਐਸਾ ਜੀਵਨ ਦੀ ਅਵਸਥਾ ਸੱਚੇ ਪਾਤਸ਼ਾਹ ਸਾਨੂੰ ਦਰਸਾਉਂਦੇ ਹਨ ਜੀ। ਰਹਾਉ ਬੰਧਨ ਤੋਰ ਛੋਰ ਬਿਖਿਆ ਤੇ, ਗੁਰ ਕੋ ਸ਼ਬਦ ਮੇਰਾ ਹੀਰ ਦੀਨ। ਐ ਮੇਰੇ ਮਾਲਕ ਬੰਧਨ ਤੋੜਨੇ ਕਰੋ, ਮੈਨੂੰ ਇਹਨਾਂ ਤੋਂ ਦੂਰ ਕਰਨਾ ਕਰੋ, ਛੁਡਾ ਦਿਓ ਇਸ ਵਿਖਿਆ ਤੋਂ। ਇਹ ਜ਼ਹਿਰ ਹੈ, ਧਿਆਨ ਰੱਖਿਓ। ਕਾਮ, ਕ੍ਰੋਧ, ਕਾਇਆ ਕੋ ਗਲ ਹੈ, ਵਿਖਿਆ ਹੈ ਜੋ ਕੰਚਨ ਸੁਹਾਗਾ ਢਲ ਹੈ। ਇਹ ਜੀਵਨ ਦੀ ਅਵਸਥਾ ਕਿਵੇਂ ਦੂਰ ਹੋਏਗੀ, ਕਿਵੇਂ ਮੇਰੇ ਮਨ ਵਿੱਚੋਂ ਮਿਟੇਗੀ? ਮਹਾਰਾਜ ਉੱਤਰ ਦੇ ਰਹੇ ਨੇ। ਕਹਿੰਦੇ ਗੁਰ ਕੋ ਸ਼ਬਦ ਮੇਰਾ ਹੀਰੈ ਦੀਨ। ਮੇਰੇ ਹਿਰਦੇ ਵਿੱਚ ਆ ਜੋ ਗੁਰੂ ਮੈਨੂੰ ਗੁਰ ਦਿੰਦੇ ਨੇ ਨਾ, ਹਿਰਦੇ ਵਿੱਚ ਮੇਰੇ ਇਹ ਬਸ ਜੇ। ਇਹ ਗੁਰ ਜੁਗਤ, ਗੁਰ ਦਾ ਅਰਥ ਹੈ ਮੈਥਡ, ਕਿ ਮੈਂ ਤੈਨੂੰ ਕਿਵੇਂ ਐਡਰੈਸ ਕਰ ਸਕਾਂ। ਮੇਰੇ ਮਾਲਕ ਬਾਣੀ ਰਾਹੀਂ ਮੇਰੇ ਅੰਦਰ ਵਸਾਓ, ਬਾਣੀ ਰਾਹੀਂ ਮੇਰੇ ਹਿਰਦੇ 'ਚ ਟਿਕਾ ਦਿਓ, ਤਾਂ ਕਿ ਮੇਰਾ ਮਨ ਘਟ ਬੈਠੇ ਰੱਬ ਨੂੰ ਗਾ ਸਕੇ। ਘਟ ਬੈਠੇ ਰੱਬ ਨੇ ਹੀ ਮੇਰੇ ਪੰਜ ਦੂਤ ਖਤਮ ਕਰਨੇ ਨੇ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿੰਦੇ ਰੱਬ ਹੀ ਵਸ ਕਰ ਸਕਦਾ। ਧਿਆਨ ਰੱਖਣਾ ਮੇਰੇ ਮਾਲਕ, ਤੁਸੀਂ ਕਿਰਪਾ ਕਰੋ
ਆ ਜੋ ਗੁਰੂ ਹੈ ਨਾ ਬਾਣੀ, ਇਹਦੇ ਅੰਦਰੋਂ ਜਿਹੜਾ ਗੁਰ ਆ ਰਿਹਾ ਹੈ, ਜੁਗਤ ਆ ਰਹੀ ਹੈ, ਜੋ ਸੋਝੀ ਆ ਰਹੀ ਹੈ, ਗਿਆਨ ਆ ਰਿਹਾ ਹੈ, ਮੇਰੇ ਹਿਰਦੇ 'ਚ ਵਸਾ ਦਿਓ ਤਾਂ ਕਿ ਮੇਰਾ ਮਨ ਤੁਹਾਡੇ ਨਾਲ ਜੁੜ ਸਕੇ। ਇਸ ਗੱਲ ਨੂੰ ਫਿਰ ਧਿਆਨ ਰੱਖਿਓ, ਰੱਬ ਸਭ ਦੇ ਵਿੱਚੋਂ ਬੋਲਦੇ ਨੇ। ਐਸੀ ਰੱਬ ਦੀ ਬਾਣੀ ਨੂੰ ਪ੍ਰਭ ਕੀ ਬਾਣੀ ਕਹਿੰਦੇ ਆ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਐ ਮੇਰੇ ਮਾਲਕ, ਜਿਸ ਵੇਲੇ ਗੁਰ ਤੇਰੇ ਅੰਦਰ ਪੂਰਾ, ਜਿਹੜਾ ਅੰਡਰਸਟੈਂਡਿੰਗ ਬਾਣੀ ਦੀ ਪੂਰੀ ਵਸਦੇ, ਕਿਉਂਕਿ ਆਪਾਂ ਸਿੱਖ ਬਣੇ ਆ, ਗੁਰੂ ਦੇ ਦੱਸੇ ਹੋਏ ਗੁਰ ਦੇ ਸਿੱਖ ਬਣੇ, ਤਾਂ ਹੀ ਸਾਨੂੰ ਕਹਿੰਦੇ ਗੁਰ ਸਿੱਖ। ਕੀ ਸਿੱਖ? ਗੁਰ। ਜੋ ਗੁਰੂ ਜੁਗਤ ਦੱਸ ਰਹੇ ਨੇ ਉਹਨੂੰ ਸਿੱਖਣਾ ਕਰੋ। ਸੋ ਬਾਣੀ ਨੂੰ ਜਿਉਂ-ਜਿਉਂ ਪੜ੍ਹਦਾ ਜਾਏਗਾ ਸਿੱਖ, ਗੁਰੂ ਦੇ ਨਾਲ ਜੁੜਦਾ ਜਾਏਗਾ। ਕਹਿੰਦੇ ਕਿਵੇਂ ਜੁੜਦਾ ਜਾਏਗਾ? ਜਦੋਂ ਗੁਰ ਲੈਂਦਾ ਰਹੇਗਾ ਤਾਂ ਜਾਣਿਓ ਸਿੱਖ ਗੁਰੂ ਦੇ ਸਨਮੁਖ ਹੋ ਰਿਹਾ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ, ਤਾਂ ਸ਼ਬਦ ਵਰਤਿਆ। ਕਹਿੰਦੇ ਕਿਵੇਂ ਮਹਾਰਾਜ? ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ। ਜੋ ਗੁਰ ਸ਼ਬਦ ਹੈ ਨਾ, ਇਹਦਾ ਬਹੁਤ ਧਿਆਨ ਰੱਖਣਾ। ਕਹਿੰਦੇ ਇਸ ਗੁਰ ਸ਼ਬਦ ਰਾਹੀਂ ਮੇਰੇ ਹਿਰਦੇ ਵਿੱਚ ਵਸਦੇ ਆ, ਇਹ ਅਹੰਗ ਰੋਗ ਖਤਮ ਹੁੰਦਾ ਹੈ, ਪੰਜ ਦੋਖ ਮਿਟਦੇ ਹਨ। ਐਸਾ ਮੇਰੇ 'ਤੇ ਕਿਰਪਾ ਕਰੋ ਮੇਰੇ ਮਾਲਕ। ਰੂਪ ਅਨੁਰੂਪ ਮੋਰੋ ਕਛੁ ਨਾ ਵਿਚਾਰਿਓ, ਪ੍ਰੇਮ ਗਇਓ ਹਰ ਰੰਗ ਭੀਨ। ਐ ਮੇਰੇ ਮਾਲਕ, ਮੇਰੇ ਸਰੂਪ ਨੂੰ, ਕਰੂਪ ਨੂੰ ਮੇਰਾ ਰੱਤੀ ਮਾਤਰ ਵਿਚਾਰ ਨਾ ਕਰਿਓ। ਧਿਆਨ ਰੱਖਣਾ, ਮੈਂ ਚੰਗਾ ਨਹੀਂ ਹਾਂ। ਧਿਆਨ ਰੱਖਣਾ ਮੇਰੇ ਮਾਲਕ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਮੇਰੇ ਮਾਲਕ, ਮੇਰੇ ਨਾਲ ਮੇਰੇ ਹਿਰਦੇ 'ਚ ਪ੍ਰੇਮ ਦੀ ਅਵਸਥਾ ਵਸਾਓ ਤਾਂ ਕਿ ਮੈਂ ਤੈਨੂੰ ਹੁਣ ਹਰ ਸ਼ਬਦ ਬਹੁਤ ਧਿਆਨ ਨਾਲ ਬੋਲਣਾ। ਜਿਸ ਵੇਲੇ ਹਰ ਸ਼ਬਦ ਬੋਲਾਂਗੇ, ਇਸ ਗੱਲ ਦਾ ਧਿਆਨ ਰੱਖਣਾ ਕਿ ਅਸੀਂ ਰੱਬ ਜੀ ਨੂੰ ਆਪਣੇ ਅੰਦਰ ਵੀ ਦੇਖਣਾ ਅਤੇ ਹਰੇਕ ਵਿੱਚ ਦੇਖਣਾ। ਆਏ ਦੋ ਸ਼ਬਦ ਮਹਾਰਾਜ ਦੇ ਬਾਣੀ ਦੇ ਵਿੱਚ ਚੱਲਦੇ ਰਹਿਣਗੇ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਹਰ ਤੇ ਪ੍ਰਭ। ਧਿਆਨ ਰੱਖਣਾ, ਪ੍ਰਭ ਸ਼ਬਦ ਪਹਿਲਾਂ ਆ ਗਿਆ, ਜਿਹਦੇ ਅੱਗੇ ਬੇਨਤੀ ਕੀਤੀ ਹੈ ਨਾ। ਕਹਿੰਦੇ ਫਿਰ ਮੇਰੇ ਅੰਦਰ ਐਸੀ ਅਵਸਥਾ ਵਸ ਜਾਏ ਕਿ ਜੀਵਨ ਹਰੇਕ ਵਿੱਚ ਵਸਦੇ ਹੋਏ ਰੱਬ ਨਾਲ ਮੇਰਾ ਮਨ ਜੁੜ ਜਾਏ। ਸੋ ਸੱਚੇ ਪਾਤਸ਼ਾਹ ਇੱਥੇ ਸਮਝਾ ਰਹੇ ਨੇ ਮੇਰੇ ਮਨ ਨੂੰ। ਕਹਿੰਦੇ ਐਸਾ ਮੇਰੇ ਮਨ ਵਿੱਚ ਮੇਰੇ ਮਾਲਕ, ਕਹਿੰਦੇ ਰੂਪ ਅਨਰੂਪ ਮੇਰਾ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਹੇ ਹਰ ਰੰਗ ਭੀਨ। ਹਰੇਕ ਵਿੱਚ ਵਸਦੇ ਹੋਏ ਰੱਬ ਦਾ ਰੰਗ ਮੇਰੇ ਵਿੱਚ ਭਿੰਨਿਆ ਜਾਏ, ਮੇਰੇ ਅੰਦਰ ਵਸ ਜਾਏ, ਮੇਰੇ ਅੰਦਰ ਟਿਕ ਜਾਏ। ਸੋ ਖਿਆਲ ਰੱਖਿਓ, ਕੰਪਲੀਟਨੈਸ ਕਦੋਂ ਹੁੰਦੀ ਹੈ? ਰੱਬ ਦੀ ਬੰਦਗੀ ਦੀ ਯਾਦ ਰੱਖਣਾ, ਰੱਬ ਨੂੰ ਆਪਣੇ ਅੰਦਰ ਯਾਦ ਰੱਖਣਾ, ਰੱਬ ਨੂੰ ਸਭ ਦੇ ਅੰਦਰ ਯਾਦ ਰੱਖਣਾ, ਤਾਂ ਜਾਣੋ ਅਸੀਂ ਰਮੇ ਹੋਏ ਰਾਮ ਦੀ ਬੰਦਗੀ ਕਰ ਰਹੇ ਹਾਂ। ਪ੍ਰਭ ਹਰ ਤੇ ਰਾਮ, ਦੀਨ ਦਿਆਲ ਸੁਣ ਬੇਨਤੀ, ਹਰ ਪ੍ਰਭ ਹਰ ਰਾਇਆ ਰਾਮ ਰਾਜੇ। ਇੱਕੋ ਹੀ ਲਾਈਨ 'ਚ ਤਿੰਨੋਂ ਸ਼ਬਦ ਨੇ, ਧਿਆਨ ਰੱਖਿਓ। ਜੀਵਨ ਵਿੱਚ ਰਮੇ ਹੋਏ ਰਾਮ ਦੀ ਬੰਦਗੀ ਕਰਨ ਦਾ ਜਿਹੜਾ ਗੁਰਬਾਣੀ ਦਾ ਤਰੀਕਾ ਹੈ ਨਾ, ਰੱਬ ਜੀ ਨੂੰ ਆਪਣੇ ਅੰਦਰ ਦੇਖਣਾ, ਸਭ ਕੁਛ ਘਰ ਮੇਂ ਜਾਣਨਾ, ਫਿਰ ਰੱਬ ਜੀ ਨੂੰ ਹਰੇਕ ਵਿੱਚ ਜਾਣਨਾ। ਸਭ ਮੇਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕੁਛ ਹੋਈ। ਉਹਨੂੰ ਹਰ ਸ਼ਬਦ ਵਰਤਣਗੇ। ਫਿਰ ਤਾਂ ਜਾਣਿਓ ਅਸੀਂ ਰਮੇ ਹੋਏ ਰਾਮ ਦੀ ਬੰਦਗੀ ਕਰ ਰਹੇ ਹਾਂ, ਜਿਹੜਾ ਰਾਮ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ। ਧਿਆਨ ਰੱਖਿਓ। ਸੋ ਸੱਚੇ ਪਾਤਸ਼ਾਹ ਇੱਥੇ ਇਹ ਦੋਨੋਂ ਸ਼ਬਦਾਂ ਦਾ ਪ੍ਰਯੋਗ ਕਰ ਰਹੇ ਨੇ ਸਾਡੇ ਬੇਨਤੀ ਕਰਨ ਦੇ ਪ੍ਰਥਾਏ। ਕਹਿੰਦੇ ਐਸੇ ਮੇਰੇ ਮਾਲਕ, ਮੇਰੇ ਹਿਰਦੇ ਵਿੱਚ ਤੁਹਾਡਾ ਹਰ ਦਾ ਰੰਗ, ਹਰੇਕ ਵਿੱਚ ਵਸਦੇ ਹੋਏ ਰੱਬ ਦਾ ਸਰੂਪ ਮੇਰੇ ਅੰਦਰ ਰੰਗਤ ਲੈ ਜਾਏ। ਵੇਖਿਓ ਲਾਲਨ ਪਾਟ ਵਿੱਚ ਖੋਏ, ਅਨੰਦ ਚਿਤਾ ਹਰਖੇ ਪਤੀਨ। ਐ ਮੇਰੇ ਮਾਲਕ, ਮੈਂ ਪੇਖ ਸਕਾਂ। ਕਹਿੰਦੇ ਉਸ ਮਾਲਕ ਨੂੰ ਜਿਹੜਾ ਮੇਰੇ ਵਿੱਚ ਇੱਕ ਪਾਟ ਬਣਿਆ ਹੋਇਆ, ਉਹ ਵਿੱਚੋਂ ਖੋ ਜਾਏ। ਯਾਨੀ ਮੇਰੇ ਅਤੇ ਤੇਰੇ ਦਾ ਭਾਵ ਜਿਹੜਾ ਵੱਖਰਾ ਬਣਿਆ ਹੋਇਆ ਨਾ, ਉਹ ਖਤਮ ਹੋ ਜਾਏ। ਮੈਂ ਮਿਟ ਜਾ, ਤੂੰ ਹਮੇਸ਼ਾ ਰਹਿ। ਮਹਾਰਾਜ ਕਹਿੰਦੇ ਜਾਂ ਹਾਂ ਕਰੀ ਤਾਂ ਤੂੰ ਨਾ ਹੈ, ਤੂੰ ਹੋਵੇਂ ਹਾਂ ਨਾ ਹੈ। ਤੂੰ ਤਾਂ ਮਿਟ ਨਹੀਂ ਸਕਦਾ ਨਾ, ਤੂੰ ਤਾਂ ਹਮੇਸ਼ਾ ਰਹਿਣਾ ਹੈ, ਮੈਂ ਮਿਟਣਾ ਹੈ। ध्यान रखना, जब हम होते तब तू ना है, अब तू ही मैं ना है। मेरा मिटना रब दा होना है, याद रखना। मेरा अपने आप को जनाना रब तो दूर हो जाना है। सो सतगुर सच्चे पातशाह कहते आ जिहड़ा
ਮੇਰੇ ਵਿੱਚ ਤੇ ਤੇਰੇ ਵਿੱਚ ਪਾਟ ਪਿਆ ਹੋਇਆ ਨਾ, ਇਹ ਵਿੱਚੋਂ ਖੋ ਜਾਏ, ਖਤਮ ਹੋ ਜਾਏ। ਕਹਿੰਦੇ ਫਿਰ ਆਨੰਦ ਚਿਤਾ ਹਰ ਕੇ ਪਤੀਨ, ਕਹਿੰਦੇ ਐਸੀ ਆਨੰਦ ਅਵਸਥਾ, ਇੱਕ ਹੁੰਦਾ ਆਨੰਦ, ਇੱਕ ਹੁੰਦਾ ਆਨੰਦ, ਇੱਕ ਹੁੰਦਾ ਅਨਾਹਦ, ਇੱਕ ਹੁੰਦਾ ਅਨਾਹਤ। ਇਹਨਾਂ ਸ਼ਬਦਾਂ ਦਾ ਬਹੁਤ ਧਿਆਨ ਰੱਖਣਾ ਹੈ। ਜਿੱਥੇ ਆਨੰਦ ਸਾਹਿਬ ਪੜ੍ਹਦੇ ਹਨ ਉੱਥੇ ਇਹ ਆਨੰਦ ਹੈ, ਆਨੰਦ, ਉੱਥੇ ਆਨੰਦ ਨਹੀਂ ਹੈ, ਟਿੱਪੀ ਨਹੀਂ ਲੱਗੀ ਹੋਈ, ਧਿਆਨ ਰੱਖਣਾ। ਆਨੰਦ ਦਾ ਅਰਥ ਸੁਣਿਓ, ਜਿਹੜੇ ਰੱਬ ਜੀ ਆਪਾਂ ਨੂੰ ਅੰਦਰੋਂ ਬੁਲਾਉਂਦੇ ਨੇ ਉਸ ਨੂੰ ਬੋਲਣਾ, ਯਾਨੀ ਹੋਰ ਕਿਸੇ ਉਸ ਅਵਸਥਾ 'ਤੇ ਆਵਾਜ਼ 'ਤੇ ਨਹੀਂ ਆਵਾਜ਼ ਦੇਣੀ। ਜਿਹੜਾ ਆਪਾਂ ਨੂੰ ਅੰਦਰੋਂ ਆਵਾਜ਼ ਦਿੰਦਾ ਨਾ, ਉਹ ਰੱਬ ਨੂੰ ਆਪਾਂ ਨੇ ਆਵਾਜ਼ ਦੇਣਾ ਤਾਂ ਕਿ ਮੇਰੀ ਆਵਾਜ਼ ਖਤਮ ਹੋਏ, ਰੱਬ ਦੀ ਆਵਾਜ਼ ਮੇਰੇ ਵਿੱਚੋਂ ਰਲ ਕੇ ਬਾਹਰ ਆਏ ਅਤੇ ਮੈਨੂੰ ਲੱਗੇ ਇਹ ਹੁਣ ਮੈਂ ਨਹੀਂ ਬੋਲ ਰਿਹਾ, ਤੂੰ ਬੁਲਾ ਰਿਹਾ ਤਾਂ ਬੋਲ ਰਿਹਾ। ਧਿਆਨ ਰੱਖਣਾ, ਬੋਲਣ ਵਾਲਾ ਬੁਲਾਉਣ ਵਾਲੇ 'ਚ ਸਮਾ ਜਾਏ। ਬਹੁਤ ਧਿਆਨ ਨਾਲ ਸੁਣਿਓ ਸ਼ਬਦ ਨੂੰ, ਕਿਉਂਕਿ ਅਕਸਰ ਆਪਾਂ ਸੁਣਦੇ ਹੀ ਨਹੀਂ ਹੈ। ਕਹਿੰਦੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਸੱਚੇ ਪਾਤਸ਼ਾਹ ਕਹਿੰਦੇ ਨਾਨਕ ਬੋਲੈ ਬੁਲਾਇਆ ਤੇਰਾ। ਧਿਆਨ ਰੱਖਣਾ, ਜਿਹੜੇ ਰੱਬ ਜੀ ਅੰਦਰੋਂ ਬੁਲਾਉਂਦੇ ਨੇ ਨਾ ਤਾਂ ਆਪਾਂ ਬੋਲਦੇ ਹਾਂ, ਹੈ ਨਾ। ਇਹ ਜਿਹੜੀ ਬਾਣੀ ਆਈ ਹੈ ਇਹ ਨਾਨਕ ਪਾਤਸ਼ਾਹ ਦੀ ਭਗਤਾਂ ਦੀ ਬੋਲੀ ਹੋਈ ਬਾਣੀ ਨਹੀਂ ਹੈ, ਇਹ ਰੱਬ ਨੇ ਬੁਲਾਈ ਹੈ ਤਾਂ ਬੋਲੀ ਗਈ ਹੈ। ਧਿਆਨ ਰੱਖਣਾ, ਜਦੋਂ ਰੱਬ ਨੇ ਬੁਲਾਈ ਹੈ ਅਤੇ ਜਦੋਂ ਰੱਬ ਬੁਲਾਉਂਦੇ ਸੀ ਨਾਨਕ ਪਾਤਸ਼ਾਹ ਨੂੰ, ਅਤੇ ਮਹਾਰਾਜ ਕੀ ਕਹਿੰਦੇ ਸੀ, ਮਰਦਾਨੇ ਰਬਾਬ ਚੱਕ ਬਾਣੀ ਆਈ ਹੈ ਨਾ। ਫਿਰ ਕਿਹਨੂੰ ਗਾਉਂਦੇ ਸੀ, ਅੰਦਰੋਂ ਬੁਲਾਉਂਦਾ ਸੀ ਰੱਬ, ਅਤੇ ਰੱਬ ਨੂੰ ਗਾਉਂਦੇ ਸੀ। ਜੀਵਨ ਜਿਸ ਵੇਲੇ ਵੀ ਜਾਂਦੇ ਕਿਸੇ ਪਿੰਡ ਵਾਲੇ ਨੂੰ ਇਕੱਠੇ ਨਹੀਂ ਕਰਦੇ ਸੀ, ਮਹਾਰਾਜ ਜਾ ਕੇ ਬਾਣੀ ਗਾਉਂਦੇ, ਪਿੰਡ ਵਾਲੇ ਸੁਣ ਕੇ ਇਕੱਠੇ ਹੋਣ ਲੱਗ ਜਾਂਦੇ। ਧਿਆਨ ਰੱਖਣਾ, ਜਿਵੇਂ ਸ਼ਹਿਦ ਪਿਆ ਹੁੰਦਾ ਅਤੇ ਮੱਖੀਆਂ ਇਕੱਠੀਆਂ ਹੋਣ ਲੱਗ ਜਾਂਦੀਆਂ ਨਾ, ਕਹਿੰਦੇ ਆਏ ਆਵਾਜ਼ ਦੇ ਉੱਤੇ ਹੀ, ਧੁਨੀ ਉੱਤੇ ਹੀ ਰੱਬ ਦੀ ਆਵਾਜ਼ ਜਿਹੜੇ ਬੰਦੇ ਵਿੱਚੋਂ ਆਵੇ ਨਾ, ਬੰਦੇ ਫਿਰ ਆਪੇ ਇਕੱਠੇ ਹੋਣ ਲੱਗ ਜਾਂਦੇ। ਧਿਆਨ ਰੱਖ, ਬੁਲਾਉਣ ਦੀ ਲੋੜ ਨਹੀਂ ਪੈਂਦੀ। ਸੋ ਸੱਚੇ ਪਾਤਸ਼ਾਹ ਜਿਸ ਵੇਲੇ ਗਾਉਂਦੇ ਸੀ ਅਤੇ ਰੱਬ ਗਾਉਂਦੇ ਹੁੰਦੇ ਸੀ, ਅਤੇ ਉਹ ਘੱਟ ਬੈਠੇ ਰੱਬ ਨੂੰ ਗਾਉਂਦੇ ਹੁੰਦੇ ਸੀ ਸੱਚੇ ਪਾਤਸ਼ਾਹ। ਧਿਆਨ ਰੱਖ, ਜਿਹਨੂੰ ਰੱਬ ਆਪਣੀ ਸਿਫਤ ਸਲਾਹਣਾ ਬਖਸ਼ਦਾ ਨਾ ਉਹਨੂੰ ਸੱਚੇ ਪਾਤਸ਼ਾਹ ਕਹਿੰਦੇ ਆ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਧਿਆਨ ਰੱਖ, ਐਸੇ ਪਾਤਸ਼ਾਹ ਸਨ ਮਹਾਰਾਜ, ਐਸੇ ਪਾਤਸ਼ਾਹ ਹੁੰਦੇ ਨੇ ਭਗਤ, ਕਹਿੰਦੇ ਜਿਨ੍ਹਾਂ ਨੂੰ ਘੱਟ ਬੈਠੇ ਰੱਬ ਜੀ ਆਪਣੀ ਉਸਤਤ ਬਖਸ਼ਦੇ ਹੈ, ਆਪਣੇ ਜੀਵਨ ਦੀ ਕਹਿੰਦੇ ਭਾਈ ਉਹ ਅਵਸਥਾ ਸਿਮਰਨ ਕਰਨ ਦੀ ਜਾਂਚ ਦੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਮਾਲਕ ਆਪ ਜਿਸ ਨੂੰ ਤੂੰ ਜਨਾਏ ਸੋਈ ਜਨ ਜਾਣੇ। ਧਿਆਨ ਰੱਖ, ਸੋ ਸੱਚੇ ਪਾਤਸ਼ਾਹ ਕਹਿੰਦੇ ਐਸਾ ਮੇਰੇ ਅੰਦਰ ਆਨੰਦ ਚਿਤਾ ਹਰ ਕੇ ਪਤੀਨ, ਕਹਿੰਦੇ ਮੇਰਾ ਮਨ ਇਸ ਗੱਲ ਦੇ ਉੱਤੇ ਖੁਸ਼ ਹੋ ਕੇ ਤੇਰੇ 'ਤੇ ਪਤੀਨ, ਯਾਨੀ ਤੇਰੇ 'ਤੇ ਵਿਸ਼ਵਾਸ ਲੈ ਆਵੇ, ਟਰਸਟ ਲੈ ਆਵੇ। ਹਾਲੇ ਮੇਰਾ ਮਨ ਤੇਰੇ 'ਤੇ ਪਤੀਨ ਨਹੀਂ ਹੋ ਰਿਹਾ। ਧਿਆਨ ਰੱਖ, ਪਤੀਜ ਨਹੀਂ ਰਿਹਾ, ਮੇਰਾ ਮਨ ਤੇਰੇ 'ਤੇ ਟਰਸਟ ਨਹੀਂ ਕਰ ਰਿਹਾ, ਹੈ ਨਾ। ਜਦੋਂ ਰੱਬ ਬੁਲਾਉਂਦੇ ਨੇ ਅਤੇ ਆਪਾਂ ਕਹਿੰਦੇ ਹਾਂ ਮੈਂ ਬੋਲਿਆ, ਉਹਦਾ ਅਰਥ ਹੈ ਕਿ ਮੇਰੇ ਮਨ ਨੇ ਹਲੇ ਟਰਸਟ ਨਹੀਂ ਕੀਤਾ, ਮੇਰੇ ਮਨ ਨੇ ਰੱਬ ਦੇ ਬੁਲਾਏ ਹੋਏ ਨੂੰ ਬੋਲਿਆ ਹੋਇਆ ਨਹੀਂ ਕਹਿ ਪਾਇਆ। ਧਿਆਨ ਰੱਖ, ਸੋ ਇਹ ਪਤੀਨ ਮੇਰੇ ਹਿਰਦੇ 'ਚ ਵਸ ਜਾਏ। ਤਿਸ ਹੀ ਕੋ ਕਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਦੀਨ। ਦੇਖੋ ਇੱਥੇ ਸ਼ਬਦ ਦੀ ਸਮਾਪਤੀ ਹੈ। ਸੋ ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਇਹ ਜਿਹੜਾ ਮੇਰਾ ਗ੍ਰਹਿ ਹੈ ਨਾ, ਇਹ ਸਰੀਰ, ਕਹਿੰਦੇ ਇਹ ਰੱਬ, ਐਸੇ ਰੱਬ ਦਾ ਗ੍ਰਹਿ ਹੈ। ਧਿਆਨ ਰੱਖ, ਮੇਰੇ ਗ੍ਰਹਿ ਵਿੱਚ ਤੂੰ ਵੀ ਹੈ, ਮੈਂ ਵੀ ਹਾਂ, ਅਤੇ ਮੈਂ ਤਾਂ ਗਾਉਣਾ ਕਿਉਂਕਿ ਤੂੰ ਗਵਾ ਰਿਹਾ। ਮੈਨੂੰ ਤੈਂ ਸਰੀਰ ਦਿੱਤਾ ਤਾਂ ਕਿਉਂਕਿ ਮੈਂ ਤੇਰੇ ਵਿੱਚ ਲੀਨ ਹੋ ਜਾ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਸੋ ਇਹ ਸਿੱਖ ਨੇ ਜਾਚ ਸਿੱਖਣੀ ਹੈ ਬਾਣੀ ਤੋਂ, ਕਿ ਜਦੋਂ ਗਾਉਣਾ ਸਰੀਰ ਦੇ ਵਿੱਚ ਗਾਉਣਾ, ਕਿਸੇ ਮੂਰਤੀ ਦੀ ਪੂਜਾ ਨਹੀਂ ਕਰਨੀ। ਧਿਆਨ ਰੱਖ, ਕਿਸੇ ਦੇਹਧਾਰੀ ਦੀ ਪੂਜਾ ਨਹੀਂ ਕਰਨੀ, ਹਰੇਕ ਦੇਹ ਦੇ ਵਿੱਚ ਰੱਬ ਵਸਦਾ ਹੈ। ਧਿਆਨ ਰੱਖਣਾ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਹਿੰਦੇ ਜਿਉਂਦਿਆਂ ਜੀ ਹੀ ਬੰਦਾ ਮੁਕਤ ਹੁੰਦਾ ਹੈ, ਜਿਉਂਦਿਆਂ ਜੀ ਹੀ ਬੰਦਾ ਆਪਣੀ ਮੈਂ ਨੂੰ ਮਾਰ ਪਾਉਂਦਾ ਇਸ ਬਾਣੀ ਦੇ ਗਿਆਨ ਅਨੁਸਾਰ। ਜਿਉਂਦਿਆਂ ਜੀ ਹੀ ਬੰਦਾ ਜਦੋਂ ਮੈਂ ਮਰਦੀ ਹੈ, ਰੱਬ ਸੁਤੇ ਸਿੱਧ ਪ੍ਰਕਾਸ਼ ਹੁੰਦੇ ਨੇ, ਸਹਿ ਭੰਗ। ਧਿਆਨ ਰੱਖਣਾ, ਸੁਤੇ ਸਿੱਧ। ਸੋ ਸੱਚੇ ਪਾਤਸ਼ਾਹ ਕਹਿੰਦੇ ਸੋਈ ਪ੍ਰਭ ਨਾਨਕ, ਕਹਿੰਦੇ ਆਹ ਜਿਹੜਾ ਗ੍ਰਹਿ ਹੈ ਨਾ, ਇਹ ਸਰੀਰ, ਇਹਦੇ ਵਿੱਚ ਜਿਹੜਾ ਤੂੰ ਵਸਦਾ ਹੈ, ਇਹ ਤੇਰਾ ਹੀ ਘਰ ਹੈ, ਜਿਹਨੂੰ ਹੁਣ ਨਾਨਕ ਕਹਿੰਦੇ ਨੇ। ਆਖੋ ਸਤਿਨਾਮ। ਨਾਨਕ ਇੱਕ ਇੱਥੇ ਕੌਣ ਹੈ? ਨਾਨਕ ਹੁਣ ਪੰਚਮ ਨਾਨਕ ਹੈ।
ਧਿਆਨ ਰੱਖਣਾ। ਕਹਿੰਦੇ ਪੰਚਮ ਨਾਨਕ ਦਾ ਕਹਿੰਦੇ ਆਹ ਘਰ ਤੇਰਾ ਹੀ ਹੈ, ਐ ਪ੍ਰਭ ਜੀ ਪਰਮੇਸ਼ਰ ਜੋ ਮੇਰੇ ਸਰੀਰ ਵਿੱਚ ਵਸਦੇ ਹੋ, ਕਹਿੰਦੇ ਤੁਸੀਂ ਹੀ ਮੇਰੇ ਠਾਕੁਰ ਹੋ, ਤੁਸੀਂ ਮੈਨੂੰ ਠਾਕਦੇ ਹੋ ਅਤੇ ਸਭ ਕੁਝ ਮੇਰੇ ਵਿੱਚੋਂ ਕਰਦੇ ਹੋ, ਇਹਨੂੰ ਠਾਕੁਰ ਕਹਿੰਦੇ ਨੇ। ਧਿਆਨ ਰੱਖਣਾ। ਕਹਿੰਦੇ ਐਸਾ ਮੇਰੇ ਅੰਦਰ ਤੁਸੀਂ ਬੈਠੇ ਹੋ, ਕਹਿੰਦੇ ਤਿਸ ਹੀ ਕੋ ਧੀਨ, ਕਹਿੰਦੇ ਐਸੇ ਮਾਲਕ ਨੂੰ ਮੈਂ ਆਪ ਦੀ ਪੂਰੀ ਕਹਿੰਦੇ ਆਕਾਰ ਅਤੇ ਨਿਰਾਕਾਰ ਜਿੱਥੇ ਇੱਕ ਹੋ ਜਾਏ ਨਾ ਉਹਨੂੰ ਧੀਨਿਆ ਗਿਆ। ਕਹਿੰਦੇ ਧਾਤ ਮਿਲੇ ਫੁਨ ਧਾਤ ਕੋ, ਸਿਫਤੀ ਸਿਫਤ ਸਮਾਏ। ਨਹੀਂ ਤਾਂ ਮਹਾਰਾਜ ਕਹਿੰਦੇ ਹਨ ਭਾਈ ਇਹ ਜੀਵਨ ਦੇ ਵਿੱਚ ਧਾਤ ਜਿਸ ਵੇਲੇ ਖਤਮ ਹੋ ਜਾਂਦੀ ਹੈ ਨਾ, ਆਪਣੀ ਆਉਣਾ ਜਾਣਾ ਖਤਮ ਹੋ ਜਾਂਦਾ ਨਾ, ਆਕਾਰ ਲੈਣ ਦੀ ਕਿਰਿਆ ਖਤਮ ਹੋ ਜਾਂਦੀ ਹੈ, ਕਹਿੰਦੇ ਉਦੋਂ ਹੁੰਦੀ ਹੈ ਜਦੋਂ ਮਨ ਦਾ ਰੱਬ ਦੇ ਵਿੱਚ ਲੀਨ ਹੋਣਾ। ਜਿਸ ਵੇਲੇ ਰੱਬ ਵਿੱਚ ਲੀਨ ਹੁੰਦਾ ਹੈ ਫਿਰ ਕਹਿੰਦੇ ਧਾਤ ਮਿਲੇ ਫਿਰ ਧਾਤ ਕੋ ਸਿਫਤੀ ਸਿਫਤ ਸਮਾਏ। ਧਿਆਨ ਰੱਖ। ਸੱਚੇ ਪਾਤਸ਼ਾਹ ਕਹਿੰਦੇ ਹਨ ਆਏ ਇਹ ਲਿਵ ਧਾਤ ਦੋਏ ਰਾਹ ਹੈ। ਦੁਨੀਆ ਦਾ ਜਿਹੜਾ ਰਾਹ ਹੈ ਨਾ, ਜਾਂ ਤਾਂ ਲਿਵ ਵੱਲ ਚਲੇ ਜਾਓ ਜਾਂ ਫਿਰ ਧਾਤ ਵੱਲ ਵੱਧ ਜਾਓ। ਧਿਆਨ ਰੱਖ। ਦੁਨੀਆ ਧਾਤ ਦੇ ਵਿੱਚ ਵੱਧਦੀ ਹੈ, ਲਿਵ ਵਿੱਚ ਨਹੀਂ ਜਾਂਦੀ। ਧਾਤ ਹੁੰਦਿਆਂ ਹੋਇਆਂ ਲਿਵ ਵਿੱਚ ਜਾਣਾ, ਫਿਰ ਧਾਤ ਵਿੱਚ ਸਮਾ ਜਾਂਦੀ ਹੈ। ਪੰਜ ਤੱਤ ਵਿੱਚ ਸਮਾ ਜਾਂਦੇ ਨੇ। ਕਹਿੰਦੇ ਜੀਵਨ ਵਿੱਚ ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ। ਧਿਆਨ ਰੱਖਣਾ। ਐਸੀ ਅਵਸਥਾ ਸਿੱਖ ਦੀ ਕਹਿੰਦੇ ਮਹਾਰਾਜ ਸਾਨੂੰ ਬਖਸ਼ਿਸ਼ ਕਰ ਰਹੇ ਹਨ ਜੀ। ਸੋ ਆਓ ਇਸ ਸ਼ਬਦਾਂ ਦੀ ਅਖੀਰਲੀ ਪੰਕਤੀ ਪੜ੍ਹ ਕੇ ਫਿਰ ਆਪਾਂ ਕੱਤਕ ਮਹੀਨੇ ਦੀ ਆਪਾਂ ਵਿਚਾਰ ਕਰਾਂਗੇ। ਪਿਆਰ ਨਾਲ ਇਸ ਪੰਕਤੀਆਂ ਨੂੰ ਪੜ੍ਹ ਕੇ ਸਮਾਪਤੀ ਹੈ ਜੀ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਧੀਨ। ਆਓ ਜੀ ਕੱਤਕ ਤੇ। ਕਤਕ ਕਰਮ ਕਮਾਉਣੇ ਦੋਸ ਨਾ ਕਾਹੂ ਜੋਗ। ਕਹਿੰਦੇ ਕੱਤਕ ਦਾ ਜਿਹੜਾ ਮਹੀਨਾ ਹੈ, ਸੱਚੇ ਪਾਤਸ਼ਾਹ ਕਹਿੰਦੇ ਇਸ ਅੰਦਰ ਜੋ ਵੀ ਕਰਮ ਕਮਾਉਣੇ ਨੇ, ਕਹਿੰਦੇ ਇਹ ਧਿਆਨ ਰੱਖਿਓ ਕਿਸੇ ਨੂੰ ਦੋਸ਼ ਨਹੀਂ ਦੇਣੇ। ਜਦੋਂ ਕਰਮ ਕਰਮਾਵਾਂਗੇ ਨਾ, ਅਸੀਂ ਕਰਮਾਂ ਕਰਕੇ ਹੀ ਦੋਸ਼ੀ ਹੁੰਦੇ ਹਾਂ। ਅਸੀਂ ਕਰਮਾਂ ਨੂੰ ਹੀ ਫਿਰ ਭੋਗਦੇ ਫਿਰਦੇ ਰਹਿੰਦੇ ਹਾਂ। ਕਹਿੰਦੇ ਜੀਵਨ 'ਚ ਕਰਮ ਨਹੀਂ ਕਰਮ ਹੋ ਜਾਣ। ਕਰਮ ਕਰਦਿਆਂ ਹੋਇਆਂ ਯਾਦ ਰੱਖਣਾ, ਇੰਨਾ ਲੀਨ ਹੋ ਕੇ ਕਰਮ ਕਰਨਾ ਕਿ ਮੈਂ ਨਹੀਂ ਕਰ ਰਿਹਾ ਮਾਲਕ ਤੂੰ ਕਰਾ ਰਿਹਾ। ਪਹਿਲਾਂ ਯਾਦ ਰੱਖਣਾ, ਫਿਰ ਜਿਸ ਵੇਲੇ ਕੰਮ ਹੋ ਜਾਏ ਤਾਂ ਯਾਦ ਰੱਖਣਾ, ਬੋਲਣਾ ਭੁੱਲਣਾ ਨਹੀਂ ਕਿ ਮਾਲਕ ਤੇਰਾ ਕੀਤਾ ਹੋਇਆ ਮੇਰਾ ਨਹੀਂ। ਮਨ ਆਪਣੇ ਆਪ ਨੂੰ ਜਨਾ ਨਾ ਜਾਏ। ਜੇ ਜਨਾ ਗਿਆ ਫਿਰ ਕਰਮ 'ਚ ਫੇਰ ਫਸ ਗਿਆ, ਕਰਮ ਦੇ ਚੱਕਰ 'ਚ ਫੇਰ ਫਸ ਗਿਆ। ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਕਤਕ ਕਰਮ ਕਮਾਵਨੇ, ਬਹੁਤ ਧਿਆਨ ਰੱਖਣਾ। ਦੋਸ਼ ਨਾ ਕਾਹੂ ਦੇ ਜੋਗ, ਕਿਸੇ ਨੂੰ ਦੋਸ਼ ਨਾ ਦਿਓ। ਯਾਦ ਰੱਖਿਓ ਇਹ ਜੋਗ ਨਹੀਂ ਹੈ, ਇਹ ਸਹੀ ਗੱਲ ਨਹੀਂ ਹੈ। ਕਹਿੰਦੇ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਸੋ ਜੀਵਨ ਵਿੱਚ ਜਦੋਂ ਰੱਬ ਭੁੱਲ ਜਾਂਦਾ ਹੈ ਨਾ, ਤਾਂ ਫਿਰ ਸਾਰੇ ਰੋਗ ਵਿਆਪਦੇ ਨੇ। ਮਹਾਰਾਜ ਅੱਗੇ ਦੇਖੋ ਕੀ ਕਹਿੰਦੇ ਹਨ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਤੇ ਭੁੱਲਿਆ ਕਹਿੰਦੇ ਭਾਈ ਜਿਸ ਵੇਲੇ ਪਰਮ ਐਸ਼ ਦੇਣ ਵਾਲਾ ਸਰ ਸਾਗਰ ਮੇਰੇ ਅੰਦਰ ਜਿਹੜਾ ਮੈਨੂੰ ਐਸ਼ ਦਿੰਦਾ ਨਾ, ਸੁੱਖ ਹੈ ਨਾ, ਅੱਖਾਂ ਦੇਖ ਰਹੀਆਂ ਅਤੇ ਸੁੱਖ ਮਿਲ ਰਿਹਾ ਨਾ, ਉਹ ਰੱਬ ਦਿਖਾ ਰਿਹਾ ਤਾਂ ਮਿਲ ਰਿਹਾ। ਕਹਿੰਦੇ ਐਸਾ ਜੀਵਨ ਦੇ ਵਿੱਚ ਪਰਮੇਸ਼ਰ ਜਦੋਂ ਮੇਰੇ ਭੁੱਲ ਜਾਂਦਾ ਨਾ ਮੇਰੇ ਸੁਰਤ ਵਿੱਚੋਂ, ਮਹਾਰਾਜ ਕਹਿੰਦੇ ਸਾਰੇ ਰੋਗ ਵਿਆਪਨ ਲੱਗ ਜਾਂਦੇ ਹਨ। ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਕਹਿੰਦੇ ਜਦੋਂ ਮੇਰਾ ਮਨ ਨਾ ਰਮੇ ਹੋਏ ਰਾਮ ਤੋਂ ਬੇਮੁਖ ਹੋ ਜਾਂਦਾ ਹੈ ਨਾ, ਜਨਮਾਂ ਦੇ ਫਿਰ ਵਿਜੋਗ ਮੇਰੇ ਉੱਤੇ ਟਿਕਣ ਲੱਗ ਜਾਂਦੇ ਨੇ। ਧਿਆਨ ਰੱਖਣਾ। ਮੈਂ ਉਸ ਵਿਜੋਗ ਵਿੱਚ ਵੜ ਜਾਣਾ, ਜਨਮਾਂ ਜਨਮਾਂਤਰਾਂ ਦੇ ਰੱਬ ਤੋਂ ਦੂਰ ਹੋ ਜਾਣਾ। ਧਿਆਨ ਰੱਖਣਾ। ਕਹਿੰਦੇ ਐਸੇ ਫਿਰ ਕਈ ਜਨਮ ਭੁਗਤਦਾ ਮੈਂ। ਕਹਿੰਦੇ ਜਦੋਂ ਮੈਂ ਰਮੇ ਹੋਏ ਰਾਮ ਤੋਂ, ਯਾਨੀ ਕਿ ਗੱਲ ਯਾਦ ਰੱਖਣਾ, ਮੇਰਾ ਰੱਬ ਮੇਰੇ ਹੀ ਵਿੱਚ ਨਹੀਂ ਹੈ, ਮੇਰਾ ਰੱਬ ਕਿਸੇ ਹੋਰ ਵਿੱਚ ਹੀ ਨਹੀਂ ਹੈ, ਮੇਰਾ ਰੱਬ ਸਾਰੀ ਸ੍ਰਿਸ਼ਟੀ ਵਿੱਚ ਹੈ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਇੱਥੇ ਤੱਕ ਰਮੇ ਹੋਏ ਰਾਮ ਦੀ ਅਸੀਂ ਬੰਦਗੀ ਕਰਦੇ ਹਾਂ। ਧਿਆਨ ਰੱਖਣਾ। ਰਾਮ ਰਵੰਤਾ ਜਾਣੀਏ, ਇੱਕ ਮਾਈ ਭੋਗ ਕਰੇ। ਸੋ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਤਾਂ ਜਨਮਾਂ ਜਨਮਾਂਤਰਾਂ ਦੇ ਕਹਿੰਦੇ ਐਸੇ ਰੱਬ ਤੋਂ ਵਿਛੋੜਾ ਹੋ ਜਾਂਦਾ ਹੈ ਜੀ। ਜਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹ ਜਿਤਨੀ ਮਾਇਆ ਹੈ ਨਾ, ਇਹ ਸਰੀਰ ਵੀ ਮਾਇਆ ਹੈ। ਇਹ ਸਰੀਰ ਮਾਇਆ का पुतला,
ਇਸ ਤੋਂ ਲੈ ਕੇ ਜਿਤਨੀ ਸ੍ਰਿਸ਼ਟੀ ਦੇ ਰਿਸ਼ਤੇਦਾਰ, ਜਿਤਨੇ ਵੀ ਸ੍ਰਿਸ਼ਟੀ ਦੇ ਸੰਬੰਧ ਨੇ, ਇਹ ਸਭ ਮਾਇਆ ਹੈ। ਇਸ ਦੇ ਭੋਗ ਕਹਿੰਦੇ ਖਿੰਨ ਵਿੱਚ ਕੌੜੇ ਹੋ ਜਾਂਦੇ ਨੇ ਜਦੋਂ ਰਮੇ ਹੋਏ ਰਾਮ ਤੋਂ ਬੰਦਾ ਟੁੱਟ ਜਾਂਦਾ ਹੈ। ਕਹਿੰਦੇ ਪਰਮੇਸ਼ਰ ਭੁੱਲ ਜਾਂਦਾ ਹੈ। ਕਹਿੰਦੇ ਜਨਮਾਂ ਜਨਮਾਂਤਰਾਂ ਦੇ ਵਿਜੋਗ ਲੱਗ ਜਾਂਦੇ ਨੇ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਕੋਈ ਫਿਰ ਵਿੱਚ ਪੈ ਕੇ ਆਪਣੀ ਸੁਲਾਹ ਨਹੀਂ ਕਰਾ ਸਕਦਾ। ਯਾਦ ਰੱਖਣਾ, ਮਹਾਰਾਜ ਕਹਿੰਦੇ ਵਿੱਚ ਨਾ ਕੋਈ ਨਹੀਂ ਕੁਛ ਕਰ ਸਕਦਾ। ਫਿਰ ਧਿਆਨ ਰੱਖਣਾ, ਕਹਿੰਦੇ ਕਿਸ ਥੈ ਰੋਵੈ ਰੋਜ਼, ਮੈਂ ਰੋਜ਼ ਕਿਹਦੇ ਅੱਗੇ ਜਾ ਕੇ ਰੋਵਾਂ। ਧਿਆਨ ਰੱਖਣਾ, ਜੀਵਨ ਵਿੱਚ ਕਿਸੇ ਨੇ ਫਿਰ ਸੁਣਾਈ ਨਹੀਂ ਆਪਣੀ ਕਰਨੀ। ਜਦੋਂ ਵੀ ਆਪਾਂ ਨੇ ਬੋਲਣਾ, ਰੱਬ ਨੂੰ ਬੋਲਣਾ, ਤੇ ਉਹ ਗੱਲ ਬੋਲਣੀ ਹੈ ਜਿਹੜੇ ਰੱਬ ਨਹੀਂ ਜਾਣਦੇ। ਰੱਬ ਤਾਂ ਸਭ ਜਾਣਦੇ ਨੇ, ਫਿਰ ਮੈਨੂੰ ਬੋਲਣ ਦੀ ਕੀ ਲੋੜ ਹੈ। ਮੇਰਾ ਮਨ ਚੁੱਪ ਹੀ ਨਹੀਂ ਕਰਦਾ। ਮੇਰਾ ਮਨ ਚੁੱਪ ਹੋ ਜਾਏ, ਮੇਰੇ ਮਨ ਦਾ ਸ਼ਬਦ ਮਰ ਜਾਏ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਸੋ ਜੀਵਨ ਵਿੱਚ ਉਹ ਗੱਲ ਬੋਲੋ ਗੁਰੂ ਜੀ ਦੇ ਅੱਗੇ ਆ ਕੇ ਜਿਹੜੀ ਗੁਰੂ ਰੱਬ ਨੂੰ ਨਾ ਪਤਾ ਹੋਵੇ, ਹੈ ਨਾ। ਅਸੀਂ ਰੱਬ ਨੂੰ ਉਹ ਗੱਲਾਂ ਬੋਲਦੇ ਹਾਂ ਜਿਹੜੀ ਸਭ ਪਤਾ ਹੈ। ਉਹ ਕੱਟ ਕੱਟ ਕੇ ਪਟ ਕੀ ਜਾਣ ਹੈ, ਉਹ ਅੰਤਰਜਾਮੀ ਹੈ। ਬਿਨ ਬੋਲਿਆ ਸਭ ਕੁਛ ਜਾਣਦਾ। ਮੈਂ ਬਾਰ ਤੋਂ ਹੋਣਾ ਇੱਥੇ ਆ ਕੇ। ਕਹਿੰਦੇ ਮੈਨੂੰ ਰੱਬ ਨੂੰ ਕੋਈ ਚੀਜ਼ ਬੋਲਣ ਦੀ ਲੋੜ ਨਹੀਂ। ਜਿਹੜਾ ਰੱਬ ਬੋਲਦਾ ਮੈਨੂੰ ਕੇਵਲ ਸੁਣਨ ਦੀ ਲੋੜ ਹੈ ਤੇ ਮੰਨਣ ਦੀ ਲੋੜ ਹੈ। ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰਵਾਸ। ਕੀਤਾ ਕਿਛੂ ਨਾ ਹੋਵਈ, ਲਿਖਿਆ ਗੁਰ ਸੰਜੋਗ। ਕਹਿੰਦੇ ਕੀਤਾ ਕਿਸੇ ਦਾ ਕੁਛ ਨਹੀਂ ਹੁੰਦਾ ਹੈ। ਯਾਦ ਰੱਖਣਾ, ਸਭ ਕੁਛ ਕੀਤਾ ਤੇਰਾ ਹੋਵੇ। ਬੰਦੇ ਦਾ ਕੀਤਾ ਕੁਛ ਨਹੀਂ ਹੁੰਦਾ ਹੈ। ਧਿਆਨ ਰੱਖਣਾ, ਜੋ ਧੁਰੋਂ ਲਿਖਿਆ ਹੋਇਆ ਨਾ ਸੰਜੋਗ, ਕਿਵੇਂ ਮੇਰਾ ਖਿਆਲ ਸੀ, ਕਿਵੇਂ ਮੈਂ ਕਰਮ ਕੀਤੇ ਨੇ, ਫਿਰ ਉਹ ਐਸੇ ਕਰਮ ਮੈਂ ਭੁਗਤਦਾ ਹੁੰਦਾ। ਧਿਆਨ ਰੱਖਣਾ, ਉਹ ਮੈਨੂੰ ਭੁਗਤਣੇ ਪੈਂਦੇ ਨੇ। ਸੋ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਆਪਣਾ ਕੀਤਾ ਕੁਛ ਨਹੀਂ ਹੁੰਦਾ ਹੈ। ਧਿਆਨ ਰੱਖਣਾ, ਕਰੇ ਰਾਮ ਹੋਏ ਹੈ ਸੋਏ। ਧਿਆਨ ਰੱਖਣਾ, ਮੇਰਾ ਕੀਤਾ ਨਹੀਂ ਹੁੰਦਾ, ਆਪਣਾ ਕੀਤਾ ਕਛੂ ਨਾ ਹੋਵੇ, ਕਰੇ ਰਾਮ ਹੋਏ ਹੈ ਸੋਏ। ਸੋ ਗੱਲ ਯਾਦ ਰੱਖਿਓ, ਜੀਵਨ ਵਿੱਚ ਅਸੀਂ ਜਦੋਂ ਕਰਦੇ ਹਾਂ ਰੱਬ ਦੇ ਹੁਕਮ ਵਿੱਚ ਰਹਿ ਕੇ ਕਰਨਾ। ਉਹਦਾ ਅਰਥ ਹੈ ਕਿ ਜਦੋਂ ਕਰਦੇ ਹੁੰਦੇ ਹਾਂ ਇਹ ਖਿਆਲ ਕਰਾਉਣਾ ਕਿ ਮਾਲਕ ਤੂੰ ਕਰਾ ਰਿਹਾ ਹੈ ਨਾ। ਜਦੋਂ ਕੰਮ ਹੋ ਜਾਏ, ਕੰਮ ਕਰਦੇ ਹਾਂ ਕਦੇ ਭੁੱਲ ਕੇ ਨਹੀਂ ਕਹਿਣਾ ਮੈਂ ਕਰਤਾ ਜੀ, ਹੈ ਨਾ। ਮਨ ਕਹਿ ਸਕੇ, ਹਾਜ਼ਰੀ ਭਰ ਸਕੇ ਰੱਬ ਦੀ, ਮਾਲਕ ਤੇਰਾ ਕੀਤਾ ਆ, ਸਭ ਕੁਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਤਾਂ ਜੀਵਨ ਵਿੱਚ ਸਮਝੋ ਆਪਾਂ ਸਹੀ ਪ੍ਰੋਗਰੈਸਿਵ ਹੋ ਰਹੇ ਹਾਂ। ਆਪਾਂ ਜੀਵਨ ਸਹੀ ਜਿਹੜਾ ਜਨਮ ਮਿਲਿਆ ਨਾ, ਜਿਹੜਾ ਮਕਸਦ, ਜੋ ਏਮ ਸੀ ਆਪਣੇ ਜੀਵਨ ਵਿੱਚ ਰੱਬ ਦੇ ਨੂੰ ਮਿਲਣ ਦਾ, ਉਸ 'ਤੇ ਆਪਣਾ ਪ੍ਰੋਗਰੈਸਿਵ ਹੈ। ਆਪਾਂ ਜੀਵਨ ਚੱਲ ਪਿਆ। ਸੋ ਮਹਾਰਾਜ ਇਹ ਗੁਰੂ ਦੀ ਕਿਰਪਾ ਨਾਲ ਹੀ, ਇਸ ਬਾਣੀ ਦੀ ਕਿਰਪਾ ਨਾਲ ਹੀ, ਕਿਸੇ ਵਿਅਕਤੀ ਦੇ ਨਹੀਂ। ਯਾਦ ਰੱਖਿਓ, ਕਹਿੰਦੇ ਬਾਣੀ ਹੀ ਧੁਰ ਕੀ ਬਾਣੀ ਹੈ। ਧੁਰ ਕੀ ਬਾਣੀ ਆਈ ਤਿਨ ਸਗੜੀ ਚਿੰਤ ਮਿਟਾਈ। ਇਹ ਧੁਰੋਂ ਸੰਜੋਗ ਜੁੜੇ ਹੋਏ ਨੇ। ਜੈਸੇ ਆਪਣੇ ਕੰਮ ਕਰਮ ਨੇ, ਫਿਰ ਰੱਬ ਆਪਾਂ ਨੂੰ ਭੁਗਤਾਉਂਦੇ ਨੇ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਸਭ ਵਿਯੋਗ। ਕਹਿੰਦੇ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਆਪਣੇ ਸਰੀਰ ਵਿੱਚ ਮਿਲ ਜਾਏ। ਧਿਆਨ ਰੱਖ, ਜਦੋਂ ਆਪਾਂ ਨੂੰ ਆਪਣੇ ਵਿੱਚ ਸੁਰਤ ਆ ਜਾਏ ਨਾ, ਕਿ ਬਾਹਰ ਭਟਕਣੋਂ ਹਟ ਜੇ ਸੁਰਤ, ਤੇ ਸਮਝਣਾ ਵੱਡੇ ਭਾਗ ਹੋ ਰਹੇ ਨੇ, ਆਪਣੇ ਵੱਡੇ ਭਾਗ ਨੇ। ਜਦੋਂ ਆਪਣਾ ਮਨ ਕਹੇ ਕਿਤੇ ਤੈਨੂੰ ਬਾਹਰ ਭਟਕਣ ਦੀ ਲੋੜ ਨਹੀਂ। ਧਿਆਨ ਰੱਖਣਾ, ਮਨ ਕਿਤੇ ਹੋਰ ਦੇਵੀ ਦੇਵਤੇ ਦੀ ਪੂਜਾ ਨਾ ਕਰੇ। ਮਹਾਰਾਜ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਵੀ ਸਿਮਰਦੇ ਨੇ ਸਰੀਰ ਦੇ ਵਿੱਚ, ਕਿ ਮਹਾਰਾਜ ਮੈਨੂੰ ਫੇਰ ਭੇਜੋ, ਮੈਂ ਤੁਹਾਡੀ ਬੰਦਗੀ ਕਰ ਸਕਾਂ। ਜਿਹੜਾ ਸਰੀਰ ਵਿੱਚ ਰੱਬ ਵਸਦਾ ਹੈ ਨਾ, ਉਹਦੀ ਬੰਦਗੀ ਜਦੋਂ ਬੰਦਾ ਛੱਡ ਜਾਂਦਾ ਹੈ, ਫਿਰ ਬੰਦਾ ਦੁਖੀ ਹੁੰਦਾ ਹੈ। ਧਿਆਨ ਰੱਖਣਾ, ਰੱਬ ਸਾਡੇ ਸਰੀਰ ਵਿੱਚ ਵਸਦੇ ਨੇ, ਉਹ ਕਿਸੇ ਦਾ ਥਾਪਿਆ ਹੋਇਆ ਨਹੀਂ ਹੈ। ਰੱਬ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ, ਜਿਨ੍ਹਾਂ ਨੇ ਐਸੇ ਰੱਬ ਨੂੰ ਸੇਵਿਆ, ਯਾਨੀ ਸੇਵਾ ਕਰਦੇ ਹੋਏ ਰੱਬ ਨੂੰ ਯਾਦ ਕਰਨਾ ਕਿ ਮਾਲਕ ਤੂੰ ਕਰਾ ਰਿਹਾ, ਆਪਣੇ ਆਪ ਨੂੰ ਨਹੀਂ ਜਨਾਇਆ ਜਿਹਨੇ। ਕਹਿੰਦੇ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਉਹ ਗੁਣਾਂ ਦਾ ਖਜ਼ਾਨਾ ਹੈ ਆਪਣੇ ਵਿੱਚ। ਕਹਿੰਦੇ ਜਿੰਨੇ ਗੁਣ ਨੇ ਮੇਰੇ ਨਹੀਂ ਹਨ, ਤੇਰੇ ਨੇ ਸਭ ਗੁਣ ਤੇਰੇ, ਮੈਂ ਨਾਹੀਂ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਨੂੰ ਹੀ ਤਾਂ ਗਾਉਣਾ ਹੈ ਨਾ ਮੈਂ। ਇਹੀ ਰੱਬ ਦਾ ਨਾਮ ਹੈ ਨਾ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਸੋ ਰੱਬ ਦੇ ਗੁਣਾਂ ਨੂੰ ਜਿਹਨੇ ਗਾਇਆ ਉਹ ਭਗਤੀ ਕਰਨ ਲੱਗ ਪਿਆ। ਸੋ ਸੱਚੇ ਪਾਤਸ਼ਾਹ ਕਹਿੰਦੇ ਵੱਡੇ ਭਾਗਾ ਵਾਲਾ ਹੈ ਜਿਹਨੂੰ ਪ੍ਰਭ ਮਿਲੇ।
ਪ੍ਰਭ ਮਿਲੈ, ਕਹਿੰਦੇ ਤਾਂ ਉਤਰੇ ਸਭ ਵਿਯੋਗ, ਸਾਰੇ ਹੀ ਕਹਿੰਦੇ ਉਹਦੇ ਵਿਯੋਗ, ਉਹਦੇ ਸਿਆਪੇ ਸਾਰੇ ਫਿਰ ਉਤਰ ਜਾਂਦੇ ਨੇ, ਸਾਰੀ ਪਰੇਸ਼ਾਨੀਆਂ ਉਤਰ ਜਾਂਦੀਆਂ ਨੇ। ਜਿਹੜਾ ਘਟ ਬੈਠੇ ਰੱਬ ਦੇ ਨਾਲ ਜੁੜਦਾ ਹੈ, ਘਟ ਬੈਠੇ ਰੱਬ ਨੂੰ ਐਡਰੈਸ ਕਰਨ ਲੱਗ ਜਾਂਦਾ ਹੈ, ਘਟ ਬੈਠੇ ਰੱਬ ਦੀ ਬੰਦਗੀ ਕਰਦਾ ਹੈ, ਮਹਾਰਾਜ ਕਹਿੰਦੇ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਉਹਦੇ ਜਿਤਨੇ ਪਰੇਸ਼ਾਨੀਆਂ ਸੀ ਉਹ ਦੂਰ ਹੋ ਗਈਆਂ ਹਨ ਜੀ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਐਸੇ ਬੰਦੀ ਵਿੱਚ ਰੱਖਣ ਵਾਲਾ, ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ। ਧਿਆਨ ਰੱਖਣਾ, ਜੀਵਨ ਵਿੱਚ ਇਹ ਆਪਾਂ ਬੰਧਨ 'ਚ ਬੈਠੇ ਹਾਂ। ਬੰਦੇ ਸੇਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ। ਯਾਦ ਰੱਖਣਾ, ਜੇ ਆਪਾਂ ਸਰੀਰ 'ਚ ਬੈਠੇ ਹਾਂ ਇੱਕ ਬੰਧਨ ਹੈ। ਜੇ ਬੰਧਨ ਨਾ ਦਿੰਦੇ ਆਪਾਂ ਰੱਬ ਨੂੰ ਯਾਦ ਨਾ ਕਰ ਸਕਦੇ। ਧਿਆਨ ਰੱਖਣਾ, ਜੇ ਸਰੀਰ ਨਾ ਦਿੰਦੇ ਆਪਾਂ ਰੱਬ ਨੂੰ ਯਾਦ ਨਾ ਕਰ ਸਕਦੇ। ਧਿਆਨ ਰੱਖਣਾ, ਰੱਬ ਨੇ ਸਾਨੂੰ ਜਿਹੜਾ ਇਹ ਬੰਧਨ ਦਿੱਤਾ ਨਾ, ਸਰੀਰ ਦਿੱਤਾ ਹੈ, ਰਿਸ਼ਤੇਦਾਰ ਦਿੱਤੇ, ਬੱਚੇ ਦਿੱਤੇ, ਹੈ ਨਾ, ਪਰਿਵਾਰ ਦਿੱਤਾ, ਇਹ ਸਭ ਰੱਬ ਦਾ ਰੂਪ ਹੈ। ਧਿਆਨ ਰੱਖਣਾ, ਜੋ ਦਿਸੈ ਸੋ ਤੇਰਾ ਰੂਪ। ਇਹ ਜੀਵਨ ਵਿੱਚ ਸਹੀ ਤਰੀਕੇ ਨਾਲ ਉਹ ਬੰਦਾ ਭੋਗਦਾ ਹੈ ਜਿਹੜਾ ਪ੍ਰਭ ਨਾਲ ਰਹਿੰਦਾ ਹੈ, ਪਰਮੇਸ਼ਰ ਨੂੰ ਆਪਣੇ ਸਰੀਰ ਵਿੱਚ ਦੇਖਦਾ ਹੈ, ਆਪਣੇ ਭੌਤਿਕ ਤੱਤ ਵਿੱਚ ਦੇਖਦਾ ਹੈ, ਉਹਨੂੰ ਫਿਰ ਸਭ ਦੇ ਵਿੱਚ ਪਰਮੇਸ਼ਰ ਦੀਂਦਾ ਹੈ। ਧਿਆਨ ਰੱਖਣਾ, ਨਹੀਂ ਤਾਂ ਜਿਹੜਾ ਬੰਦਾ ਆਪਣੇ ਵਿੱਚ ਨਹੀਂ ਦੇਖਦਾ, ਉਹ ਮੂਰਤੀਆਂ 'ਚ ਦੇਖਦਾ ਹੈ, ਫਿਰ ਉਹਨੂੰ ਪਰਮੇਸ਼ਰ ਬਾਹਰ ਹੀ ਦੀਂਦਾ ਹੈ। ਧਿਆਨ ਰੱਖਣਾ, ਉਹ ਫਿਰ ਸਭ ਦੇ ਵਿੱਚ ਰੱਬ ਨੂੰ ਨਹੀਂ ਦੇਖ ਪਾਉਂਦਾ। ਉਹ ਫਿਰ ਝਗੜੇ ਜਿੰਨੇ ਹੁੰਦੇ ਨੇ, ਕਲੇਸ਼ ਹੁੰਦੇ ਨੇ, ਹੁੰਦੇ ਹੀ ਤਾਂ ਨੇ। ਸੋ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਕਉ ਪ੍ਰਭ ਰਾਖ ਲਿਓ। ਹੁਣ ਰਾਖ ਕੰਨਾਂ ਲੱਗਿਆ ਹੋਇਆ, ਜੇ ਕੰਨਾਂ ਨਾ ਹੁੰਦਾ ਤਾਂ ਰੱਖ ਸ਼ਬਦ ਬਣਦਾ। ਕੀ ਬਣਦਾ? ਰੱਖ। ਜਿੱਥੇ ਕੰਨੇ ਕੰਨੇ ਸ਼ਬਦ ਨੇ ਉਹਨਾਂ ਦਾ ਧਿਆਨ ਰੱਖਿਓ। ਸੱਚੇ ਦੇ ਅੱਗੇ ਕੰਨਾਂ ਵਿੱਚ ਕੰਨਾਂ ਇਹ ਸਾਚਾ, ਹੈ ਨਾ, ਸਾਚੇ, ਹੈ ਨਾ, ਰਤੇ, ਰਾਤੇ, ਕਰ, ਕਾਰ। ਧਿਆਨ ਰੱਖਣਾ, ਜਿਸ ਵੇਲੇ ਕਰ ਕਹਿੰਦੇ ਨੇ ਹੱਥ ਨੂੰ, ਕਹਿੰਦੇ ਜਿਸ ਵੇਲੇ ਆਪਾਂ ਕਹਿੰਦੇ ਕਾਰ ਸੇਵਾ, ਉਹਦਾ ਅਰਥ ਹੈ ਕਿ ਹੱਥਾਂ ਰਾਹੀਂ ਰੱਬ ਤੂੰ ਆਪ ਕਰਾ ਰਿਹਾ, ਤੇਰਾ ਆਪ ਤੇਰਾ ਕੀਤਾ ਹੋਇਆ, ਮੈਂ ਨਹੀਂ ਕੀਤਾ, ਉਹਨੂੰ ਕਾਰ ਸੇਵਾ ਕਹਿੰਦੇ ਨੇ। ਧਿਆਨ ਰੱਖਣਾ, ਜੀਵਨ ਵਿੱਚ ਜਿੱਥੇ ਕੰਨੇ ਲੱਗੇ ਨੇ, ਹੈ ਨਾ, ਜਪ ਜਾਪ ਕੰਨਾਂ ਲੱਗੇ ਨਾ, ਮੈਂ ਤਾਂ ਜਪ ਰਿਹਾ ਕਿਉਂਕਿ ਤੂੰ ਜਪਾ ਰਿਹਾ, ਜੇ ਤੂੰ ਨਾ ਜਪਾਵੇ ਮੈਂ ਜਪ ਨਾ ਸਕਦਾ। ਫਿਰ ਉਸ ਵੇਲੇ ਜਪ ਜਾਪ ਬੰਦਾ ਕੰਨਾਂ ਲੱਗ ਜਾਂਦਾ। ਧਿਆਨ ਰੱਖ, ਸੋ ਕੰਨਿਆਂ ਸ਼ਬਦਾਂ ਦਾ ਬਹੁਤ ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਰੱਖਿਆ ਜਾਂਦਾ ਕਿਉਂਕਿ ਤੂੰ ਰੱਖਦਾ ਹੈ। ਉਹਨੂੰ ਰਾਖ ਕਹਿੰਦੇ ਨੇ, ਕੰਨਾਂ ਲਾ ਕੇ ਬੋਲਦੇ, ਉਹਦੀ ਹਾਜ਼ਰੀ ਨੂੰ ਆਮਦ ਮੂਹਰੇ ਕਰਕੇ ਬੋਲਦੇ ਨੇ। ਕਹਿੰਦੇ ਨਾਨਕ ਕਉ ਪ੍ਰਭ ਰਾਖ ਲਿਓ ਨੇ, ਕਹਿੰਦੇ ਮੇਰੇ ਸਾਹਿਬ, ਮੇਰੇ ਮਾਲਕ, ਤੂੰ ਬੰਦੀ ਮੋਚ ਹੈ। ਮੇਰੇ ਬੰਧਨ ਨੂੰ ਫਿਰ ਮੋਚ ਦਿੰਦਾ, ਯਾਨੀ ਖਤਮ ਕਰ ਦਿੰਦਾ ਹੈ ਨਾ, ਮੇਰਾ ਬੰਧਨ ਮਿਟਾ ਦਿੰਦਾ ਹੈ, ਮੈਨੂੰ ਫਿਰ ਮੁੜ ਕੇ ਜਨਮ ਨਹੀਂ ਦਿੰਦਾ। ਅਬ ਆਵਨ ਜਾਨ ਰਹੇ, ਆਵਨ ਜਾਣਾ ਹੁਕਮ ਤਿਸੇ ਕਾ, ਹੁਕਮੇ ਬੁਝ ਸਮਾਵੇਂਗੇ, ਬਹੁਰ ਹਮ ਕਾਹੇ ਆਵੇਂਗੇ। ਧਿਆਨ ਰੱਖਣਾ, ਜੀਵਨ ਵਿੱਚ ਆਪਾਂ ਨੂੰ ਮੁੜ ਕੇ ਆਉਣ ਦੀ ਲੋੜ ਨਹੀਂ। ਆਪਣਾ ਆਵਾਗਮਨ ਖਤਮ ਹੋ ਜਾਏ, ਆਪਣਾ ਆਵਾਗਮਨ ਖਤਮ ਨਹੀਂ ਹੋਇਆ ਸੀ ਕਰਕੇ ਫਿਰ ਆਪਾਂ ਸਰੀਰ 'ਚ ਬੈਠੇ, ਫਿਰ ਸਰੀਰ ਮਿਲਿਆ। ਧਿਆਨ ਰੱਖਣਾ, ਤਾਈਓ ਮਹਾਰਾਜ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ। ਤਾਈਓ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀ। ਰੱਬ ਨੂੰ ਮਿਲਣ ਵਾਸਤੇ ਇਸ ਸਰੀਰ ਦੇ ਬੰਧਨ ਵਿੱਚ ਪਾਤਾ ਮਹਾਰਾਜ, ਨਹੀਂ ਤਾਂ ਨਹੀਂ ਹੁੰਦਾ ਤੇ ਆਪਾਂ ਭਟਕੇ ਰਹਿੰਦੇ, ਭੂਤ ਪ੍ਰੇਤ ਬਣੇ ਰਹਿੰਦੇ ਹਨ। ਸੋ ਸਰੀਰ ਦੇਤਾ ਮਹਾਰਾਜ ਨੇ, 184 ਜੋੜ ਨੂੰ ਪਾਈ, ਮਾਨਕ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁਖ ਪਾਏਂਦਾ। ਸੋ ਅੱਜ ਇਤਨੇ ਹੀ ਸ਼ਬਦ ਇਸ ਮਹੀਨੇ ਦਾ ਮਹਾਰਾਜ ਦਾ ਅਖੀਰ ਦੀ ਪੰਕਤੀ ਪੜ੍ਹਿਓ। ਦੇਖੋ ਮਹਾਰਾਜ ਕੀ ਕਹਿੰਦੇ ਹਨ। ਕਦ ਤੱਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਸਾਰੀ ਸੋਚ ਬਿਨਸ ਜਾਏ। ਮੇਰਾ ਮਨ ਸੋਚਦਾ ਕਿਉਂ ਹੈ? ਸੋਚਣ ਦੀ ਕੀ ਲੋੜ ਹੈ ਮੇਰੇ ਮਨ ਨੂੰ? ਨਾ ਸੋਚਣਾ ਹਮਕੋ ਸੋਚਾ। ਧਿਆਨ ਰੱਖਣਾ, ਰੱਬ ਨੂੰ ਕੋਈ ਸੋਚ ਨਹੀਂ ਹੈ, ਮੈਨੂੰ ਸੋਚਣ ਦੀ ਕੀ ਲੋੜ ਹੈ? ਧਿਆਨ ਰੱਖਣਾ, ਨਾ ਉਸ ਸੋਚ ਨਾ ਹਮਕੋ ਸੋਚਾ। ਧਿਆਨ ਕਿਆ ਸੋਚਾ ਹੈ?